ਤਾਂ ਸਾਇੰਸ ਮਿਸਟਰ GSS ਅੱਜ ਤੁਹਾਨੂੰ ਕਰਾ ਰਹੇ ਹਾਂ ਚੈਪਟਰ ਇਨਵਾਇਰਮੈਂਟ ਕਿ ਇਨਵਾਇਰਮੈਂਟ ਕਿਆ ਹੁੰਦਾ ਹੈ, ਇਹਦੇ ਕਿਹੜੇ ਕੰਪੋਨੈਂਟਸ ਹੈ, ਕਿਆ ਹੁੰਦਾ ਹੈ। ਗੁੱਡ ਮਾਰਨਿੰਗ ਬੇਟਾ, ਮੈਂ ਮੋਨਿਕਾ ਮਹਿਤਾ ਸਾਇੰਸ ਮਿਸਟਰ GSS ਅੱਜ ਤੁਹਾਨੂੰ ਕਰਾ ਰਹੇ ਹਾਂ ਚੈਪਟਰ ਇਨਵਾਇਰਮੈਂਟ। ਇਨਵਾਇਰਮੈਂਟ ਦੇ ਕੰਪੋਨੈਂਟ ਦੋ ਤਰ੍ਹਾਂ ਦੇ ਹੁੰਦੇ ਆ, ਬਾਇਓਟਿਕ ਕੰਪੋਨੈਂਟ ਔਰ ਏਬਾਇਓਟਿਕ ਕੰਪੋਨੈਂਟ। ਬਾਇਓਟਿਕ ਕੰਪੋਨੈਂਟ 'ਚ ਲਿਵਿੰਗ ਆਰਗੇਨਿਜ਼ਮਸ ਆਉਣਗੇ, ਪਲਾਂਟਸ, ਮਾਈਕਰੋ ਆਰਗੇਨਿਜ਼ਮ। ਏਬਾਇਓਟਿਕ ਕੰਪੋਨੈਂਟਸ ਕਿਆ ਹੁੰਦੇ ਆ, ਸੋਇਲ, ਏਅਰ, ਏਅਰ, ਸੋਇਲ, ਸਨਲਾਈਟ, water, they are the temperature, pressure, they are the abiotic component of the environment ਦੇ ਕੰਪੋਨੈਂਟ ਦੋ then environment ਦੇ ਕੰਪੋਨੈਂਟ ਲਿਥੋਸਫੀਅਰ, ਹਾਈਡਰੋਸਫੀਅਰ, ਐਟਮੋਸਫੀਅਰ, ਬਾਇਓਸਫੀਅਰ। ਲਿਥੋਸਫੀਅਰ ਜੋ ਥੱਲੇ ਏਰੀਆ ਹੈਗਾ, ਜ਼ਮੀਨ ਵਗੈਰਾ, ਲੈਂਡ ਏਰੀਆ। ਹਾਈਡਰੋਸਫੀਅਰ ਵਾਟਰ ਏਰੀਆ, ਜਿੰਨੇ ਵੀ ਓਸ਼ਨਸ, ਰੀਵਰਸ ਵਗੈਰਾ ਆਉਂਦੀ ਹੈ, ਫਰੈਸ਼ ਵਾਟਰ, ਮਰੀਨ ਵਾਟਰ ਸੋਰਸਿਸ। ਐਟਮੋਸਫੀਅਰ ਅਰਥ ਦੇ ਸਰਾਊਂਡ ਜੋ ਹੈਗਾ, ਗੈਸਾਂ ਦਾ ਗਿਲਾਫ ਕਹਿ ਸਕਦੇ ਹੋ। ਔਰ ਇਕੋਸਿਸਟਮ ਸਾਰਾ ਇਨਕਲੂਡਿੰਗ ਟੈਂਪਰੇਚਰ, ਪ੍ਰੈਸ਼ਰ, ਵਾਟਰ, ਸੋਇਲ, ਐਨੀਮਲਸ, organisms all constitute an biosphere, or you can say the then environment the component then the various food chain। ਜੋ ਪਲਾਂਟਸ ਹੁੰਦੇ ਆ ਉਹ ਕੀ ਹੁੰਦੇ ਆ, ਪ੍ਰੋਡਿਊਸਰਸ ਹੁੰਦੇ ਆ। ਪਲਾਂਟ ਡਿਊ ਟੂ ਫੋਟੋਸਿੰਥੇਸਿਸ ਦੇ ਪ੍ਰਪੇਅਰ ਦੇਅਰ ਓਨ ਫੂਡ, ਕਿਉਂਕਿ ਉਹਨਾਂ ਦੇ ਵਿੱਚ ਕੀ ਹੁੰਦਾ, ਕਲੋਰੋਫਿਲ ਨਾਮ ਦਾ ਪਿਗਮੈਂਟ ਹੁੰਦਾ। ਤਾਂ ਪਲਾਂਟਸ ਦੇ ਵਿੱਚ ਕਿਆ ਹੋਏਗੀ, ਫੋਟੋਸਿੰਥੇਸਿਸ ਹੋਏਗੀ। ਪਲਾਂਟਸ ਆਰ ਈਟਨ ਬਾਏ ਹਰਬੀਵੋਰਸ ਲਾਈਕ ਇਨਸੈਕਟ, ਗ੍ਰਾਸਹੋਪਰ। ਤਾਂ ਉਹ ਕੀ ਹੋ ਗਏ, ਪ੍ਰਾਇਮਰੀ ਕੰਜ਼ਿਊਮਰ। ਗ੍ਰਾਸਹੋਪਰ ਇਜ਼ ਈਟਨ ਬਾਏ ਕਾਰਨੀਵੋਰਸ ਲਾਈਕ ਸਨੇਕ, ਠੀਕ ਹੈ। ਈਗਲ ਲਾਈਕ ਸਪੈਰੋ, ਦੇ ਆਰ ਦੀ ਸੈਕੰਡਰੀ ਕੰਜ਼ਿਊਮਰਸ, ਠੀਕ ਹੈ। ਸਪੈਰੋ ਇਜ਼ ਈਟਨ ਬਾਏ ਸਨੇਕ, that is tertiary consumer. Snake is eaten by eagle or owl, that is tertiary consumer. When all these dead, they are decomposed by decomposers। ਤਾਂ ਇਹ ਇੱਕ ਫੂਡ ਚੇਨ ਹੁੰਦੀ ਹੈ ਜਿਸ 'ਚ ਹਰੇ ਪੌਦੇ ਕੀ ਹੈ, ਉਤਪਾਦਕ ਦਾ ਕੰਮ ਕਰਨਗੇ। ਦੇ ਵਿਲ ਪ੍ਰੋਡਿਊਸ by the photosynthesis that are eaten by herbivores। Herbivores are known as primary consumer। ਹਰਬੀਵੋਰਸ ਨੂੰ ਕੌਣ ਖਾਣਗੇ, ਕਾਰਨੀਵੋਰਸ। ਉਹਨਾਂ 'ਚ ਫਸਟ ਲੈਵਲ, ਸੈਕਿੰਡ ਅਤੇ ਥਰਡ ਲੈਵਲ ਦੇ ਕਾਰਨੀਵੋਰਸ ਹੋ ਸਕਦੇ ਹੈ। ਥਰਡ ਲੈਵਲ ਦੇ ਕਾਰਨੀਵੋਰਸ ਨੂੰ ਅਸੀਂ ਟੋਪ ਲੈਵਲ ਕਾਰਨੀਵੋਰਸ ਕਹਿੰਦੇ ਹਾਂ। ਵੈਨ ਦੀਜ਼ ਆਲ ਵਿਲ ਡੈਡ, ਇਹ ਸਾਰੇ ਮਰਦੇ ਆ, ਤਾਂ ਇਹਨਾਂ ਨੂੰ ਅਸੀਂ ਕੀ ਬੋਲਦੇ ਹੈਗੇ ਆ, ਦੇ ਆਰ ਡੀਕੰਪੋਜ਼ਡ ਬਾਈ ਬੈਕਟੀਰੀਆ, ਵਾਇਰਸ ਐਂਡ ਡੀਕੰਪੋਜ਼ਰ ਲਾਈਕ ਫੰਜਾਈ ਐਕਸਟਰਾ। then the various food chains like grass is eaten by grasshopper, grasshopper is eaten by grasshopper is eaten by sparrow, sparrow it's the eaten by snake, ਠੀਕ ਹੈ। ਸਪੈਰੋ ਨੂੰ ਕੌਣ ਖਾਏਗਾ, ਸਨੇਕ। ਇੱਦਾਂ ਜਿਵੇਂ ਗ੍ਰਾਸ ਹੈ, ਆਲਸੋ ਇਟਨ ਬਾਏ ਦੀ ਡੀਅਰ, ਡੀਅਰ ਇਜ਼ ਇਟਨ ਬਾਏ ਲੋਇਨ। ਤਾਂ ਵੇਰੀਅਸ ਫੂਡ ਚੇਨ ਇੰਟਰਮਿਕਸ ਵਿਦ ਈਚ ਅਦਰ ਟੂ ਫੋਰਮ ਦੀ ਫੂਡ ਵੈਬ। ਤਾਂ ਹਰ ਇੱਕ ਕੋਈ ਇੰਟਰਡਿਪੈਂਡੈਂਟ ਹੈਗਾ, ਕੁਐਟਿਕ ਅਤੇ ਟੈਰੈਸਟਰੀਅਲ ਫੂਡ ਚੇਨਸ ਇੱਕ ਦੂਜੇ ਨਾਲ ਇੰਟਰਮਿਕਸ ਹੋ ਕੇ ਫੂਡ ਵੈਬ ਬਣਾਉਂਦੇ ਆ। ਸਾਰੇ ਇੱਕ ਦੂਸਰੇ ਤੋਂ, ਪਲਾਂਟਸ ਐਂਡ ਐਨੀਮਲ ਆਰ ਡਿਪੈਂਡ ਅਪੋਨ ਇੰਟਰਡਿਪੈਂਡੈਂਸ। ਵੇਰੀਅਸ then comes the 10% law of the flow of energy। अगर producers 10,000 energy store ਕਰਦੇ ਆ, they utilize 9,000 and transmit to the another level
ਠੀਕ ਹੈ। ਪਲਾਂਟਸ ਨੂੰ ਕੌਣ ਖਾਂਦਾ ਹੈਗਾ? ਹਰਬੀਵੋਰਸ। ਤਾਂ ਉਹਨਾਂ ਦੇ ਬੋਡੀ 'ਚ 90% ਐਨਰਜੀ ਪ੍ਰਿਜ਼ਰਵ ਹੋ ਜਾਏਗੀ, 10% ਅੱਗੇ ਫਲੋ ਕਰਦੀ ਹੈ। ਇਹਦਾ ਟੋਪ ਲੈਵਲ 'ਚ 0.01% ਜਾਏਗੀ। ਮੀਨਸ ਹਰ ਇੱਕ ਲੈਵਲ 'ਤੇ 10% ਐਨਰਜੀ ਵਿਲ ਫਲੋ ਵਨ ਟ੍ਰੋਫਿਕ ਲੈਵਲ ਟੂ ਅਨਦਰ ਟ੍ਰੋਫਿਕ ਲੈਵਲ। ਦੇ ਕੰਸਿਊਟ ਦੀ ਟ੍ਰੋਫਿਕ ਲੈਵਲ। ਪ੍ਰੋਡਿਊਸਰ ਜਿਹੜੇ ਹੈਗੇ ਆ ਪਲਾਂਟਸ, ਉਹ ਫਸਟ ਟ੍ਰੋਫਿਕ ਲੈਵਲ 'ਤੇ ਹੈ, ਫਿਰ ਹਰਬੀਵੋਰਸ ਸੈਕਿੰਡ ਟ੍ਰੋਫਿਕ ਲੈਵਲ 'ਤੇ, ਫਿਰ ਕਾਰਨੀਵੋਰਸ ਥਰਡ ਟ੍ਰੈਫਿਕ ਲੈਵਲ 'ਤੇ, ਔਰ ਟੋਪ ਕਾਰਨੀਵੋਰਸ ਜੋ ਹੈ ਫੋਰਥ ਲੈਵਲ ਕੰਸਿਊਮ। ਦੈਨ ਕਮਸ ਦੀ 10%। ਦੈਨ ਕੰਪੋਨੈਂਟਸ ਆਫ ਫੇਅਰ ਇਨਵਾਇਰਮੈਂਟ ਦੇ ਕੰਪੋਨੈਂਟਸ ਦੀ ਸਲਾਈਡ ਹੈਗੀ ਹੈ, ਬੋਇਟਿਕ ਅਤੇ ਏਬੋਇਟਿਕ। ਬੋਇਟਿਕ ਕੰਪੋਨੈਂਟ 'ਚ ਲਿਵਿੰਗ ਔਰਗੈਨਿਜ਼ਮ ਲਾਈਕ ਐਨੀਮਲਸ, ਪਲਾਂਟਸ, ਮਾਈਕਰੋ ਔਰਗੈਨਿਜ਼ਮ, ਡੀਕੰਪੋਜ਼ਰ ਆਰ ਆਲ ਇਨਕਲੂਡਡ। ਏਬੋਇਟਿਕ ਕੰਪੋਨੈਂਟਸ 'ਚ ਕਿਆ ਹੋਏਗਾ? ਸੋਇਲ, ਵਾਟਰ, ਨੋਨ ਲਿਵਿੰਗ ਕੰਪੋਨੈਂਟਸ। ਠੀਕ ਹੈ। ਸੋਇਲ, ਵਾਟਰ, sunlight, temperature, pressure, they are all abiotic component. The biotic component depends upon the abiotic components like the temperature, pressure also affect both. Then again show the energy flow from the producer level to the carnivorous, then to the top level, and decomposer will not ठीक है included in the energy pyramid is always upright. Then again biodegradable and non biodegradable substance. Biodegradable substance ਕੀ ਹੁੰਦੇ ਆ? ਜਿਨ੍ਹਾਂ ਨੂੰ ਡੀਕੰਪੋਜ਼ਰ ਆਰਗੈਨਿਕ ਮੈਟਰ ਨਿਊਟਰੀਐਂਟਸ 'ਚ ਸਪਲਿਟ ਕਰਦਾ, ਡੀਕੰਪੋਜ਼ ਕਰਕੇ ਉਹਨਾਂ ਨੂੰ ਕਾਰਬਨ, ਹਾਈਡਰੋਜਨ, ਆਕਸੀਜਨ ਕੰਪੋਨੈਂਟਸ 'ਚ ਤੋੜਦਾ ਐਲੀਮੈਂਟਸ 'ਚ। ਨੋਨ ਬਾਇਓਡੀਗ੍ਰੇਡੇਬਲ ਦੈਟ ਆਰ ਨੋਟ ਡੀਕੰਪੋਜ਼ਡ ਇਨਟੂ ਡੈਡ ਆਰਗੈਨਿਕ ਮੈਟਰ ਔਰ ਨਿਊਟਰੀਐਂਟਸ ਕੈਂਟ ਬੀ replaced, can't be obtained. Then atmosphere of the earth is surrounded by four layers: troposphere, stratosphere, mesosphere and thermosphere. ਜੋ ਇਨਵਾਇਰਮੈਂਟ ਦੀ ਐਟਮੋਸਫੀਅਰ ਦੀ ਸਟੈਟੋਸਫੀਅਰ ਹੁੰਦੀ ਹੈ, ਉਹਦੇ ਵਿੱਚ ਕੀ ਹੁੰਦੀ ਆ? ਓਜ਼ੋਨ ਲੇਅਰ ਹੁੰਦੀ ਹੈਗੀ ਹੈ। ਤਾਂ ਅਪ ਟੂ 50 ਕਿਲੋਮੀਟਰ ਤੱਕ ਜੋ ਹੈ ਅਰਥ ਦਾ ਐਟਮੋਸਫੀਅਰ ਹੁੰਦਾ ਹੈ। ਦੈਨ ਐਟਮੋਸਫੀਅਰ depletion of ozone layer. Ozone layer is present in the stratosphere layer of the atmosphere. Stratosphere ਦੇ ਵਿੱਚ present ਹੁੰਦੀ ਹੈ। ਜੋ chlorofluorocarbons released from the refrigerator, AC, aerosol, foam, matrices, they will decompose the ozone, split the oxygen into nascent oxygen and oxygen. That's why the holes will be there in the stratosphere, from where these ultraviolet rays will enter the earth atmosphere. The earth the environment ultraviolet rays are the harmful rays for the skin. They will lead to the skin cancer, damage our retina, also affect the zooplankton and phytoplankton ਤੇ ਮਾਈਕਰੋ ਆਰਗੈਨਿਜ਼ਮ ਬਹੁਤ ਸਾਰੇ ਕੀ ਆ ਡੈਡ ਹੋ ਜਾਣਗੇ। ਤਾਂ ਇਹ ਸੀਗੇ ਯੂਵੀ ਰੇਜ਼ ਦੀਆਂ ਜੋ ਕਿ ਆ ਹਾਰਮਫੁਲ ਇਫੈਕਟਸ ਕਹਿ ਸਕਦੇ ਹਾਂ। ਵਾਈ ਯੂਵੀ ਰੇਜ਼ ਐਂਟਰ ਟੂ ਦੀ ਅਰਥ ਇਨਵਾਇਰਮੈਂਟ ਡਿਊ ਟੂ ਡਿਪਲੀਸ਼ਨ ਆਫ ਦੀ ਓਜ਼ੋਨ ਲੇਅਰ। ਓਜ਼ੋਨ ਲੇਅਰ ਕਿਉਂ ਡਿਪਲੀਟ ਹੁੰਦੀ ਹੈ? ਕਲੋਰੋਫਲੋਰੋਕਾਰਬਨ। ਦੈਨ ਐਟਮੋਸਫੀਅਰ ਆਫ ਦੀ ਅਰਥ depletion of ozone layer. Then global warming due to carbon dioxide and other gases ਦੇ ਕਰਕੇ ਜੋ ਇਨਵਾਇਰਮੈਂਟ ਦੇ ਵਿੱਚ ਲਗਾਤਾਰ ਕਾਰਬਨ ਡਾਈਆਕਸਾਈਡ ਕਿਆ ਕਰਦੀ ਹੈ? ਅਮਾਊਂਟ ਵੱਧ ਰਹੀ ਹੈ ਡਿਊ ਟੂ ਪੋਲਿਊਸ਼ਨ ਐਂਡ ਹਿਊਮਨ ਐਕਟੀਵਿਟੀਜ਼ ਦੇ ਕਰਕੇ। ਤਾਂ ਉਹ ਕਾਰਬਨ ਡਾਈਆਕਸਾਈਡ ਸਨਲਾਈਟ ਨੂੰ ਅਬਜ਼ੌਰਬ ਕਰੇਗੀ
ਜਿਸ ਦੇ ਕਰਕੇ ਗਲੋਬਲ ਵਾਰਮਿੰਗ ਹੋ ਰਹੀ ਹੈ। ਐਜ਼ ਏ ਰਿਜ਼ਲਟ ਗਰੀਨਰੀ ਜ਼ਿਆਦਾ, ਉਹਨੂੰ ਗ੍ਰੀਨ ਹਾਊਸ ਇਫੈਕਟ ਵੀ, ਗਰੀਨਰੀ ਜ਼ਿਆਦਾ, ਪਲਾਂਟ ਜ਼ਿਆਦਾ ਗਰੋ ਕਰਨਗੇ ਡਿਊ ਟੂ ਕਾਰਬਨ ਡਾਈਆਕਸਾਈਡ, ਹਿਊਮਿਡਿਟੀ ਐਂਡ ਸਨਲਾਈਟ। ਤਾਂ ਗਰੀਨਰੀ ਹੋਏਗੀ, ਉਹਨੂੰ ਗ੍ਰੀਨ ਹਾਊਸ ਇਫੈਕਟ ਕਹਿੰਦੇ ਆ। ਦੀ ਸਨ ਰੇਡੀਏਸ਼ਨ ਕਾਂਟ ਇੰਟਰੈਪਟ ਬਾਈ ਦੀ ਐਟਮੋਸਫੀਅਰ ਕੈਨ ਨੋਟ ਬੀ ਰਿਫਲੈਕਟਡ ਬੈਕ, ਠੀਕ ਹੈ, ਐਟਮੋਸਫੇਅਰ ਤੋਂ ਬਾਹਰ ਨਹੀਂ ਜਾਂਦੀਆਂ, ਤਾਂ ਕਰਕੇ ਗਰਮੀ ਹੋ ਜਾਂਦੀ ਹੈ। ਐਜ਼ ਏ ਰਿਜ਼ਲਟ ਪੋਲਰ ਆਈਸ ਪਿਘਲ ਜਾਏਗੀ। ਪੋਲਰ ਆਈਸ ਅਗਰ ਪਿਘਲੇਗੀ ਤਾਂ ਇਨਵਾਇਰਮੈਂਟਲ ਵੈਦਰ ਚੇਂਜਸ ਹੋਣਗੀਆਂ, ਜਿਹਦੇ ਨਾਲ ਮੇ ਬੀ ਫਲੱਡਸ, ਪਹਿਲਾਂ ਹੀ ਜੋ ਹੈ ਉਪਜਾਊ ਜ਼ਮੀਨ ਦੀ ਬਹੁਤ ਘੱਟ ਕਮੀ ਹੈ। ਤੁਹਾਨੂੰ ਪਤਾ 71% ਆਲਰੇਡੀ ਸੀ ਵਾਟਰ ਹੈਗਾ, ਔਰ 29% ਲੈਂਡ ਏਰੀਆ। ਦੈਟਸ ਵਾਈ ਗਲੋਬਲ ਵਾਰਮਿੰਗ ਇਜ਼ hazards for human beings. Thank you. Then global warming due to carbon dioxide and other gases